Good morning, students. Today we will start a new chapter, cost analysis. Firstly, I will discuss with you elements of cost. As we know that there are three important elements of cost. Which elements like direct material, direct labor and other expenses. These elements of cost are further analyzed into different elements and illustrated. ਤਾਂ ਆਪਾਂ ਗੱਲ ਕਰ ਰਹੇ ਹਾਂ ਐਲੀਮੈਂਟਸ ਆਫ ਕੋਸਟ ਦੀ। ਤਾਂ ਆਪਾਂ ਕਹਿ ਸਕਦੇ ਵੀ ਤਿੰਨ ਇੰਪੋਰਟੈਂਟ ਐਲੀਮੈਂਟਸ ਨੇ ਕੋਸਟ ਦੇ, ਕਿਹੜੇ ਕਿਹੜੇ? ਮਟੀਰੀਅਲ, ਲੇਬਰ ਅਤੇ ਐਕਸਪੈਂਸਸ। ਕਿਉਂਕਿ ਜੇ ਆਪਾਂ ਗੱਲ ਕਰੀਏ ਮਟੀਰੀਅਲ ਦੀ, ਤਾਂ ਮਟੀਰੀਅਲ ਜੇ ਆਪਾਂ ਕੀ ਕਰਦੇ ਹਾਂ, ਕੁਛ ਨਾ ਕੁਛ ਪ੍ਰੋਡਿਊਸ ਕਰਨ ਦੇ ਲਈ ਯੂਜ਼ ਕਰਦੇ ਹਾਂ, ਤਾਂ ਉਹਦੇ ਨਾਲ ਕੀ ਅਰਾਈਜ਼ ਹੁੰਦੀ ਹੈ? ਕੋਸਟ ਅਰਾਈਜ਼ ਹੁੰਦੀ ਹੈ। ਹੁਣ ਮਟੀਰੀਅਲ ਤੋਂ, ਰॉ ਮਟੀਰੀਅਲ ਤੋਂ ਇੱਕ ਫਾਈਨਲ ਪ੍ਰੋਡਕਟ ਕਿਸ ਨੇ ਬਣਾਉਣਾ? ਲੇਬਰ ਨੇ ਬਣਾਉਣਾ। ਤਾਂ ਲੇਬਰ ਵੀ ਇੱਕ ਕੀ ਹੈ? ਐਕਸਪੈਂਸ ਹੈ। ਜਾਂ ਆਪਾਂ ਗੱਲ ਕਰ ਸਕਦੇ ਹਾਂ ਅਦਰ ਐਕਸਪੈਂਸਿਸ ਦੀ। ਅਦਰ ਐਕਸਪੈਂਸਿਸ ਲਾਈਕ ਪਾਵਰ, ਲਾਈਟਿੰਗ, ਫਿਊਲ, ਜੋ ਆਪਾਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਸੀ, ਇਸ ਤਰ੍ਹਾਂ ਉਹ ਸਾਰੇ ਐਕਸਪੈਂਸਿਸ। ਤਾਂ ਮਟੀਰੀਅਲ ਕੈਨ ਬੀ ਆਫ ਟੂ ਟਾਈਪਸ, ਡਾਇਰੈਕਟ ਐਂਡ ਇਨਡਾਇਰੈਕਟ। ਲੇਬਰ ਕੈਨ ਬੀ ਆਫ ਟੂ ਟਾਈਪਸ, ਡਾਇਰੈਕਟ ਐਂਡ ਇਨਡਾਇਰੈਕਟ। ਅਦਰ ਐਕਸਪੈਂਸਿਸ ਡਾਇਰੈਕਟ ਔਰ ਇਨਡਾਇਰੈਕਟ। ਤਾਂ ਆਪਾਂ ਨੂੰ ਪਤਾ ਵੀ ਜੀ ਮਟੀਰੀਅਲ ਵੀ ਕੀ ਹੈ? ਡਾਇਰੈਕਟ ਵੀ ਹੋ ਸਕਦਾ, ਇਨਡਾਇਰੈਕਟ ਵੀ, ਅਤੇ ਲੇਬਰ ਵੀ। ਬਟ ਡਿਫਰੈਂਸ ਕੀ ਹੈ ਡਾਇਰੈਕਟ ਐਕਸਪੈਂਸਿਸ ਐਂਡ ਇਨਡਾਇਰੈਕਟ ਐਕਸਪੈਂਸਿਸ ਦੇ ਵਿੱਚ? ਜੇ ਆਪਾਂ ਗੱਲ ਕਰੀਏ ਡਾਇਰੈਕਟ ਐਕਸਪੈਂਸਿਸ ਦੀ, ਤਾਂ ਆਪਾਂ ਡਾਇਰੈਕਟ ਐਕਸਪੈਂਸਿਸ ਨੂੰ ਕੀ ਕਹਿ ਸਕਦੇ ਹਾਂ? ਪ੍ਰਾਈਮ ਕੋਸਟ ਕਹਿ ਸਕਦੇ ਹਾਂ। we can say that prime cost is the total of direct material, direct labor and direct expenses। ਤਾਂ ਜੋ ਆਪਣੇ ਡਾਇਰੈਕਟ ਐਕਸਪੈਂਸਿਸ ਨੇ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਪ੍ਰਾਈਮ ਕੋਸਟ ਕਹਿ ਸਕਦੇ ਹਾਂ। ਔਨ ਦੀ ਅਨਦਰ ਸਾਈਡ ਇਨਡਾਇਰੈਕਟ ਐਕਸਪੈਂਸਿਸ ਆਰ ਨੋਨ ਐਜ਼ ਓਵਰਹੈਡ। ਮੀਨਸ ਡਾਇਰੈਕਟ ਐਕਸਪੈਂਸਿਸ ਨੂੰ ਜੇ ਆਪਾਂ ਪ੍ਰਾਈਮ ਕੋਸਟ ਕਹਿ ਸਕਦੇ ਹਾਂ, ਤਾਂ ਆਪਾਂ ਇਨਡਾਇਰੈਕਟ ਐਕਸਪੈਂਸਿਸ ਨੂੰ ਕੀ ਕਹਿ ਸਕਦੇ ਹਾਂ? ਓਵਰਹੈਡ ਕਹਿ ਸਕਦੇ ਹਾਂ। Then second is factory cost. Prime cost plus works or factory overhead. Cost of production, work cost plus administrative overhead। ਤਾਂ ਇਹ ਕਿੰਨੇ ਫਾਰਮੂਲਾਜ਼ ਨੇ? ਇਹ ਫਾਰਮੂਲਾਜ਼ ਆਪਣੇ ਲਈ ਕਦੋਂ ਇੰਪੋਰਟੈਂਟ ਨੇ? ਨੂਮੈਰੀਕਲ ਕੁਐਸਚਨਸ ਦੇ ਵਿੱਚ। ਤਾਂ ਫਸਟ ਇਲਸਟ੍ਰੇਸ਼ਨ ਕੀ ਆਪਣੀ? ਅਸਰਟੇਨ ਦੀ ਪ੍ਰਾਈਮ ਕੋਸਟ। ਤਾਂ ਆਪਾਂ ਨੂੰ ਪਤਾ ਲੱਗ ਚੁੱਕਿਆ ਕਿ ਪ੍ਰਾਈਮ ਕੋਸਟ, ਮੈਂ ਕਿਹਾ ਵੀ ਪ੍ਰਾਈਮ ਕੋਸਟ ਦੇ ਵਿੱਚ ਕੀ ਚੀਜ਼ਾਂ ਇਨਕਲੂਡ ਕਰਨੀਆਂ ਨੇ? ਡਾਇਰੈਕਟ ਮਟੀਰੀਅਲ, ਡਾਇਰੈਕਟ ਲੇਬਰ ਐਂਡ ਡਾਇਰੈਕਟ ਐਕਸਪੈਂਸਿਸ। ਤਾਂ ਆਪਾਂ ਨੇ ਸਭ ਤੋਂ ਪਹਿਲਾਂ ਕੀ ਫਾਈਂਡ ਆਊਟ ਕਰਨੀ ਹੈ? ਪ੍ਰਾਈਮ ਕੋਸਟ। ਤਾਂ ਆਪਾਂ ਕੁਐਸਚਨ ਦੇ ਵਿੱਚ ਕੀ ਦੇਖਾਂਗੇ ਕਿ ਡਾਇਰੈਕਟ ਐਕਸਪੈਂਸਿਸ ਕਿੱਥੇ ਨੇ? ਡਾਇਰੈਕਟ ਮਟੀਰੀਅਲ ਹੈ 5000 ਦਾ, ਡਾਇਰੈਕਟ ਲੇਬਰ ਹੈ ਕਿੰਨੇ ਦੀ ਹੈ? 3500 ਦੀ ਹੈ। ਤਾਂ ਟੋਟਲ ਕਿੰਨੇ ਹੋ ਗਏ ਆਪਣੇ? 8500। ਤਾਂ ਇਹ ਆਪਣੀ ਕਿਹੜੀ ਕੋਸਟ ਆ ਗਈ? ਪ੍ਰਾਈਮ ਕੋਸਟ। ਨੈਕਸਟ ਪੁਆਇੰਟ ਆਪਣਾ ਵਰਕ ਕੋਸਟ। ਵਰਕ ਕੋਸਟ ਦਾ ਆਪਾਂ ਫਾਰਮੂਲਾ ਕਰ ਚੁੱਕੇ ਹਾਂ। ਵਰਕ ਕੋਸਟ ਦੇ ਵਿੱਚ ਬਸ ਇੱਕ ਚੀਜ਼ ਕੀ ਐਕਸਟ੍ਰਾਈਡ ਹੋ ਗਈ ਆਪਣੇ ਨਾਲ? ਫੈਕਟਰੀ ਓਵਰਹੈਡ। ਪ੍ਰਾਈਮ ਕੋਸਟ ਤਾਂ ਹੋਏਗੀ। ਤਾਂ ਵਰਕ ਕੋਸਟ ਦਾ ਫਾਰਮੂਲਾ ਕੀ ਹੈ? ਪ੍ਰਾਈਮ ਕੋਸਟ ਪਲੱਸ ਫੈਕਟਰੀ। ਤਾਂ ਇਹਨਾਂ ਦਾ ਟੋਟਲ ਕਰਕੇ ਆ ਗਿਆ। ਉਸ ਤੋਂ ਬਾਅਦ ਆਪਣਾ ਕੀ ਹੈ? ਕੋਸਟ ਆਫ ਸੇਲਸ। ਜਿੰਨੇ ਵੀ ਆਪਣੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਹੋਈ, ਜਿੰਨੇ ਵੀ ਸੈਲਿੰਗ ਐਕਸਪੈਂਸਿਸ ਆਏ, ਇਹ ਸਾਰਿਆਂ ਨੂੰ ਐਡ ਕਰਕੇ ਆਪਣਾ ਕੀ ਆ ਗਿਆ? ਕੋਸਟ ਆਫ ਸੇਲਸ ਆ ਗਿਆ। ਤਾਂ ਆਪਾਂ ਨੂੰ ਪਤਾ ਵੀ ਆਪਣਾ ਪ੍ਰੋਫਿਟ ਕੀ ਹੁੰਦਾ? ਜਿੰਨੀ ਆਪਣੀ ਸੇਲ ਹੋਈ ਅਤੇ ਜਿੰਨੀ ਕੋਸਟ ਹੋਈ, ਉਹਨੂੰ ਮਾਈਨਸ ਕਰਕੇ ਜੋ ਵੀ ਬਚਿਆ ਆਪਣਾ ਕੀ ਆ? ਉਹ ਪ੍ਰੋਫਿਟ ਹੈ। ਤਾਂ ਇਹ ਸੀ ਆਪਣੀ ਫਸਟ ਇਲਸਟ੍ਰੇਸ਼ਨ। ਨਾਓ ਆਲ ਥੀਸ ਟਰਮਸ ਵਿਲ ਬੀ ਐਗਜ਼ਾਮਿਨਡ ਇਨ ਡਿਟੇਲ ਵਨ ਬਾਏ ਵਨ। ਤਾਂ ਡਾਇਰੈਕਟ ਮਟੀਰੀਅਲ ਦੇ ਵਿੱਚ ਕੀ ਕੁਛ ਹੋ ਸਕਦਾ ਹੈ? ਡਾਇਰੈਕਟ ਮਟੀਰੀਅਲ ਮੀਨਸ ਉਹ ਰॉ ਮਟੀਰੀਅਲ ਜੋ ਆਪਾਂ ਕੀ ਕਰਦੇ ਹਾਂ? ਡਾਇਰੈਕਟਲੀ ਯੂਜ਼ ਕਰਦੇ ਹਾਂ, ਡਾਇਰੈਕਟਲੀ ਇੰਗੇਜਡ ਕਰਦੇ ਹਾਂ ਟੂ ਪ੍ਰੋਡਿਊਸ ਏ ਫਾਈਨਲ ਆਊਟਪੁੱਟ। ਲਾਈਕ ਰॉ ਮਟੀਰੀਅਲ ਜਾਂ ਸਪੈਸੀਫਿਕਲੀ ਪਰਚੇਜ਼ਡ ਫॉर ਸਪੈਸੀਫਿਕ ਜੋਬਸ, ਕੰਪੋਨੈਂਟਸ, ਸਪੇਅਰ ਪਾਰਟਸ। ਦੇਖੋ ਜਿਵੇਂ ਆਪਾਂ ਐਗਜ਼ਾਮਪਲ ਲਈਏ ਵੀ ਆਪਾਂ ਕੋਈ ਕਾਰ ਮੈਨੂਫੈਕਚਰ ਕਰ ਰਹੇ ਹਾਂ, ਤਾਂ ਕਾਰ ਨੂੰ ਮੈਨੂਫੈਕਚਰ ਕਰਨ ਦੇ ਲਈ ਆਪਾਂ ਨੂੰ ਕੀ ਚਾਹੀਦੇ ਨੇ? ਸਪੇਅਰ ਪਾਰਟਸ ਚਾਹੀਦੇ ਨੇ। ਤਾਂ ਉਹ ਸਾਰੇ ਸਪੇਅਰ ਪਾਰਟਸ ਕੀ ਨੇ? ਡਾਇਰੈਕਟ ਮਟੀਰੀਅਲ ਨੇ ਜੋ ਉਹਨੂੰ ਪ੍ਰੋਡਿਊਸ ਕਰ ਰਹੇ ਨੇ। ਸਪੇਅਰ ਪਾਰਟਸ ਨੂੰ ਹੀ ਕਨਵਰਟ ਕਰ ਰਹੇ ਨੇ, ਰॉ ਫੋਰਮ ਨੂੰ ਹੀ ਇੱਕ ਸਟੈਪ ਬਾਏ ਸਟੈਪ ਕੁਛ ਨੈਕਸਟ ਫਰਦਰ ਕਨਸੈਪਟਸ ਕ੍ਰੀਏਟ ਕਰ ਰਹੇ ਨੇ, ਕਨਵਰਟ ਕਰ ਰਹੇ ਨੇ। ਤਾਂ ਉਹ ਕੀ ਹੈ? ਡਾਇਰੈਕਟ ਲੇਬਰ ਹੈ। ਡਾਇਰੈਕਟ ਐਕਸਪੈਂਸਿਸ ਕਿਹੜੇ ਹੁੰਦੇ ਨੇ ਆਪਣੇ? ਜਿਹੜੇ ਕਿਸੇ ਕੰਪਨੀ ਦੇ ਵਿੱਚ, ਕਿਸੇ ਫੈਕਟਰੀ ਦੇ ਵਿੱਚ ਕੀ ਲੱਗਦੇ ਨੇ? ਡਾਇਰੈਕਟਲੀ ਹੀ ਲੱਗਦੇ ਨੇ। ਡਾਇਰੈਕਟਲੀ ਮੀਨਸ ਕੀ ਹੈ? ਜਦੋਂ ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ ਉਸ ਟਾਈਮ ਇੰਗੇਜਡ ਹੁੰਦੇ ਨੇ। ਨੈਕਸਟ ਪੁਆਇੰਟ ਇਜ਼ ਓਵਰਹੈਡ। ਓਵਰਹੈਡ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਕਿ ਓਵਰਹੈਡ ਕਿਹੜੇ ਹੁੰਦੇ ਨੇ? ਇਨਡਾਇਰੈਕਟ ਹੁੰਦੇ ਨੇ। ਇਹ ਡਾਇਰੈਕਟਲੀ ਇੰਗੇਜ ਨਹੀਂ ਹੁੰਦੇ। ਤਾਂ ਇਨਡਾਇਰੈਕਟਲੀ ਕਿਹੜੇ ਹੁੰਦੇ ਨੇ? ਜਿਵੇਂ ਹੋ ਗਿਆ ਐਡਮਿਨਿਸਟ੍ਰੇਟਿਵ ਓਵਰਹੈਡ, ਮੈਨੂਫੈਕਚਰਿੰਗ, ਸੈਲਿੰਗ, ਡਿਸਟਰੀਬਿਊਸ਼ਨ, ਰਿਸਰਚ ਐਂਡ ਡਿਵੈਲਪਮੈਂਟ। ਇਹ ਸਾਰੇ ਡਾਇਰੈਕਟ ਤਾਂ ਨਹੀਂ ਲੱਗਦੇ ਕਿਸੇ ਪ੍ਰੋਡਕਟ ਦੇ ਉੱਪਰ, ਬਟ ਇਨਡਾਇਰੈਕਟਲੀ ਲੱਗਦੇ ਨੇ। ਹੁਣ ਦੇਖੋ ਡਾਇਰੈਕਟ ਅਤੇ ਇਨਡਾਇਰੈਕਟ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ? ਡਾਇਰੈਕਟ ਉਹ ਹੁੰਦੇ ਨੇ ਜੋ ਇੱਕ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੇ ਟਾਈਮ ਲੱਗਦੇ ਨੇ। ਮੀਨਸ ਉਹ ਐਕਸਪੈਂਸਿਸ ਅਰਾਈਜ਼ ਕਰਕੇ ਹੀ ਆਪਾਂ ਪ੍ਰੋਡਕਟ ਨੂੰ ਮੈਨੂਫੈਕਚਰ ਕਰ ਰਹੇ ਹਾਂ। ਬਟ ਇਨਡਾਇਰੈਕਟ ਉਹ ਹੁੰਦੇ ਨੇ ਜਿਹੜੇ ਆਫਟਰ ਦੀ ਮੈਨੂਫੈਕਚਰਿੰਗ ਅਰਾਈਜ਼ ਹੁੰਦੇ ਨੇ। ਵੀ ਆਪਾਂ ਕੀ ਕਰਦੇ ਹਾਂ? ਉਹਨਾਂ ਨੂੰ ਸਿਰਫ ਇੱਕ ਪਬਲਿਸਿਟੀ ਕਰਨ ਦੇ ਲਈ ਜਾਂ ਅਦਰ ਕੰਡੀਸ਼ਨਸ ਨੂੰ ਫੁਲਫਿਲ ਕਰਨ ਦੇ ਲਈ ਆਪਾਂ ਉਹਨੂੰ ਕੀ ਕਰਦੇ ਹਾਂ? ਅਰਾਈਜ਼ ਕਰਦੇ ਹਾਂ।
ਦੈਨ ਮੈਨੂਫੈਕਚਰਿੰਗ ਔਰ ਪ੍ਰੋਡਕਸ਼ਨ ਆਪਾਂ ਨੂੰ ਪਤਾ ਵੀ ਮੈਨੂਫੈਕਚਰਿੰਗ ਲੈਵਲ 'ਤੇ ਲੱਗਦੇ ਨੇ। ਐਡਮਿਨਿਸਟ੍ਰੇਟਿਵ ਕਿਹੜਾ ਹੋ ਗਿਆ, ਐਡਮਿਨਿਸਟ੍ਰੇਟਿਵ ਕੀ ਹੁੰਦਾ ਹੈ, ਮੈਨੇਜਮੈਂਟ ਕੀ ਹੁੰਦਾ ਆਪਾਂ ਨੂੰ ਪਤਾ ਹੈ। ਐਡਮਿਨਿਸਟ੍ਰੇਟਿਵ ਦਾ ਕੰਮ ਹੁੰਦਾ ਪਲਾਨਸ ਐਂਡ ਪੋਲਿਸੀਜ਼, ਤਾਂ ਉਸ ਟਾਈਮ ਜੋ ਖਰਚਾ ਹੁੰਦਾ ਆਪਾਂ ਨੂੰ ਕੀ ਕਹਿ ਸਕਦੇ, ਐਡਮਿਨਿਸਟ੍ਰੇਟਿਵ ਓਵਰਹੈਡ ਕਹਿ ਸਕਦੇ ਹਾਂ। ਸੈਲਿੰਗ ਮੀਨਸ ਕਿ ਹੁਣ ਪ੍ਰੋਡਕਟ ਮੈਨੂਫੈਕਚਰ ਵੀ ਹੋਗਾ, ਉਸਦੀ ਸੈਲਿੰਗ 'ਤੇ ਜਿੰਨੇ ਸਾਰੇ ਖਰਚੇ ਲੱਗ ਰਹੇ ਨੇ। ਨੈਕਸਟ ਇਜ਼ ਡਿਸਟਰੀਬਿਊਸ਼ਨ overhead. Distribution overhead means at the time of distributing the product to the ਪਬਲਿਕ, ਲਾਈਕ ਟਰਾਂਸਪੋਰਟ, ਬੈਂਕਿੰਗ, ਇੰਸ਼ੋਰੈਂਸ, ਇਹ ਸਾਰੀਆਂ ਸਰਵਿਸਿਜ਼ ਕੀ ਨੇ, ਡਿਸਟਰੀਬਿਊਸ਼ਨ ਦੇ ਲਈ ਨੇ, ਇੱਕ ਡਿਸਟਰੀਬਿਊਟਡ ਚੈਨਲ ਦੇ ਉੱਤੇ ਅਰਾਈਜ਼ ਹੁੰਦੀਆਂ ਨੇ, ਤਾਂ ਇਹ ਆਪਣੇ ਕਿਹੜੇ ਨੇ, ਇਨਡਾਇਰੈਕਟ ਐਕਸਪੈਂਸਿਸ ਨੇ, ਆਪਾਂ ਨੂੰ ਇਸ ਲਈ ਕੀ ਕਹਿ ਸਕਦੇ ਹਾਂ, ਓਵਰਹੈਡ ਕਹਿ ਸਕਦੇ ਹਾਂ। ਰਿਸਰਚ ਐਂਡ ਡਿਵੈਲਪਮੈਂਟ, ਰਿਸਰਚ ਐਂਡ ਡਿਵੈਲਪਮੈਂਟ ਕੀ ਹੁੰਦਾ, ਅਗੇਨ ਐਂਡ ਅਗੇਨ ਕਿਸੇ ਚੀਜ਼ ਦੀ ਰਿਸਰਚ ਕਰਨਾ। ਇਨਡਾਇਰੈਕਟ ਮਟੀਰੀਅਲ, ਉਹ ਸਾਰਾ ਮਟੀਰੀਅਲ ਜੋ ਆਪਾਂ ਡਾਇਰੈਕਟ ਨਹੀਂ ਲਗਾ ਰਹੇ ਪ੍ਰੋਡਕਟ ਦੇ ਉੱਪਰ, ਬਟ ਇਨਡਾਇਰੈਕਟਲੀ ਉਹਦੇ ਕਿਤੇ ਨਾ ਕਿਤੇ ਕੀ ਹੈ, ਰੋਲ ਹੈ। ਤਾਂ ਇਨਡਾਇਰੈਕਟ ਲੇਬਰ ਹੋਊਗੀ ਅਤੇ ਇਨਡਾਇਰੈਕਟ ਐਕਸਪੈਂਸਿਸ ਹੋ ਗਏ। ਦੈਨ ਐਕਸਪੈਂਸਿਸ ਐਕਸਕਲੂਡਡ ਫਰੋਮ ਕੋਸਟ, ਉਹ ਕਿਹੜੇ ਐਕਸਪੈਂਸਿਸ ਨੇ ਜਿਹੜੇ ਆਪਾਂ ਕੋਸਟ ਦੇ ਵਿੱਚ ਇਨਕਲੂਡ ਨਹੀਂ ਕਰਦੇ। ਫਸਟ ਇਜ਼ ਪਿਓਰਲੀ ਫਾਈਨੈਂਸ਼ੀਅਲ ਚਾਰਜਿਸ, ਪਿਓਰਲੀ ਫਾਈਨੈਂਸ਼ੀਅਲ ਚਾਰਜਿਸ ਕਿਹੜੇ ਹੋਣਗੇ, ਜਿਵੇਂ ਦੇਖੋ ਕੋਈ ਪੈਨੈਲਟੀਜ਼ ਵਗੈਰਾ ਲੱਗ ਚੁੱਕੀ, ਕੋਈ ਫਾਈਨ ਵਗੈਰਾ ਲੱਗ ਗਈ, ਤਾਂ ਇਹ ਡਾਇਰੈਕਟ ਤਾਂ ਹੈ ਨਹੀਂ ਇਨਕੇਸਡ, ਇਹ ਆਫਟਰ ਦੀ ਮੈਨੂਫੈਕਚਰਿੰਗ ਪ੍ਰੋਸੈਸ ਨੇ, ਤਾਂ ਕਰਕੇ ਆਪਾਂ ਇਹਨੂੰ ਕੀ ਕਰਾਂਗੇ, ਕੋਸਟ ਦੇ ਵਿੱਚੋਂ ਮਾਈਨਸ ਕਰ ਦਾਂਗੇ। ਜਾਂ ਆਪਣਾ ਐਪਰੋਪਰੀਏਸ਼ਨ ਆਫ ਪ੍ਰੋਫਿਟ, ਆਪਾਂ ਇੱਕ P&L ਅਕਾਊਂਟ ਪ੍ਰੀਪੇਅਰ ਕਰਦੇ ਸੀ, ਇੱਕ P&L ਐਪਰੋਪਰੀਏਸ਼ਨ ਅਕਾਊਂਟ ਕਰਦੇ ਸੀ, ਤਾਂ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਸੀ, ਆਪਾਂ ਨੂੰ ਪਤਾ ਕਿ ਆਪਾਂ P&L ਐਪਰੋਪਰੀਏਸ਼ਨ ਅਕਾਊਂਟ ਉਦੋਂ ਪ੍ਰੀਪੇਅਰ ਕਰਦੇ ਸੀ ਜਦੋਂ ਆਪਾਂ ਆਫਟਰ ਆਲ ਦੀ ਐਡਜਸਟਮੈਂਟਸ ਕੁਛ ਜਿਹੜਾ ਰਿਮੇਨਿੰਗ ਬੈਲੈਂਸ ਸੀ ਡਿਵੀਡੈਂਡ ਦੀ ਫਾਰਮ ਦੇ ਵਿੱਚ ਜਾਂ ਕਿਸੇ ਹੋਰ ਫਾਰਮ ਦੇ ਵਿੱਚ ਪੇ ਕਰਦੇ ਸੀ, ਤਾਂ ਰਿਮੇਨਿੰਗ ਬੈਲੈਂਸ ਨੂੰ ਸ਼ੋਅ ਕਰਨ ਲਈ ਆਪਾਂ ਕੀ ਕਰਦੇ ਸੀ, P&L ਐਪਰੋਪਰੀਏਸ਼ਨ ਅਕਾਊਂਟ ਕਰਦੇ ਸੀ। ਤਾਂ P&L ਐਪਰੋਪਰੀਏਸ਼ਨ ਅਕਾਊਂਟ ਦੇ ਬੈਲੈਂਸ ਨੂੰ ਆਪਾਂ ਕੀ ਕਰਾਂਗੇ, ਕੋਸਟ ਦੇ ਵਿੱਚੋਂ ਮਾਈਨਸ ਕਰਾਂਗੇ। ਜਾਂ ਫਿਰ ਰਾਈਟਿੰਗ ਆਫ ਇਨਟੈਂਜੀਬਲ ਐਂਡ ਫਿਕਟੀਸ਼ੀਅਸ ਐਸੈਟਸ, ਇਨਟੈਂਜੀਬਲ ਕਿਹੜੇ ਹੁੰਦੇ ਨੇਗੇ, ਵਿਚ ਕੈਨ ਨਾਟ ਬੀ ਟੱਚਡ, ਫਿਕਟੀਸ਼ੀਅਸ ਕਿਹੜੇ ਹੁੰਦੇ ਨੇਗੇ, ਟੈਂਪੋਰੇਰੀ ਨੇਚਰ ਦੇ, ਤਾਂ ਆਪਾਂ ਇਹਨੂੰ ਕੀ ਕਰਾਂਗੇ, ਮਾਈਨਸ ਕਰਾਂਗੇ ਟੋਟਲ ਕੋਸਟ ਦੇ ਵਿੱਚੋਂ। ਦੈਨ ਐਬਨੋਰਮਲ ਗੇਨਸ ਐਂਡ ਲੋਸਿਸ, ਗੇਨ ਕੀ ਹੁੰਦਾ, ਜਾਂ ਤਾਂ ਆਪਾਂ ਨੋਰਮਲ ਗੇਨ ਜਾਂ ਫਿਰ ਐਬਨੋਰਮਲ। ਨੋਰਮਲ ਤਾਂ ਇਹ ਹੁੰਦਾ ਵੀ ਜੋ ਮਾਰਕੀਟ ਦੇ ਵਿੱਚ ਮਾਰਕੀਟ ਪ੍ਰਾਈਸ ਨੂੰ ਮੰਨ ਕੇ ਆਪਾਂ ਜੋ ਵੀ ਗੇਨ ਕਰ ਲੈਂਦੇ ਉਹ ਨੋਰਮਲ ਹੈ, ਬਟ ਉਸ ਤੋਂ ਅਬਵ ਜਾ ਕੇ ਜੇ ਆਪਾਂ ਕੁਛ ਗੇਨ ਕਰ ਰਹੇ ਹਾਂ ਤਾਂ ਆਪਣਾ ਕੀ ਉਹ ਆਪਣੇ ਐਫਰਟਸ ਦੇ ਨਾਲ ਕੀਤਾ ਗੇਨ ਹੈਗਾ, ਤਾਂ ਉਹਦੇ ਉੱਪਰ ਜਿਹੜੀ ਕੋਸਟ ਨੂੰ ਆਪਾਂ ਨੂੰ ਕੀ ਕਰਾਂਗੇ, ਇਗਨੋਰ ਕਰਾਂਗੇ, ਕਿਹਦੇ ਵਿੱਚੋਂ, ਟੋਟਲ ਕੋਸਟ ਦੇ ਵਿੱਚੋਂ। ਸੋ ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਕੋਸਟ ਸ਼ੀਟ। ਥੈਂਕਸ।